ਲਓ ਜੀ, ਹਾਜ਼ਰੀ ਇੱਕ ਵਾਰ ਫਿਰ ਤੋਂ ਕੁਝ ਸਮੇਂ ਦੇ ਵਕਫੇ ਤੋਂ ਬਾਅਦ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪ੍ਰੋਗਰਾਮ ਉਹੀ ਪ੍ਰਾਈਮ ਡਿਸਕਸ਼ਨ ਤੇ ਘਰੇ ਅੱਜ ਫਿਰ ਮਾਹੌਲ ਚਾਲ ਜਿਹਾ ਬਣਾ ਕੇ ਅਸੀਂ ਬਹਿ ਗਏ ਹਾਂ। ਗੱਲਾਂ ਬਾਤਾਂ ਵਾਹਵਾ ਕਰਨ ਵਾਲੀਆਂ। ਇੱਕ ਤਾਂ ਸੁਧੀਰ ਸੂਰੀ ਹੋਰਾਂ ਨੂੰ ਫੜ ਲੈਂਦਾ ਪੁਲਿਸ ਨੇ, ਪਿਛਲੇ ਦਿਨਾਂ 'ਚ ਬਿਆਨ ਉਹਨਾਂ ਨੇ ਜਿੱਦਾਂ ਦੇ ਦਿੱਤੇ ਸੀ, ਉਹਦੀ ਕੀ ਕਹਾਣੀ ਉਹ ਵੀ ਸਮਝਾਂਗੇ। ਢੀਂਡਸਾ ਸਾਹਿਬ ਦੀ ਪਾਰਟੀ ਬਾਰੇ ਜਿਹੜਾ ਰੌਲਾ ਪਿਆ ਉਹ ਵੀ ਆਪਾਂ ਜਾਣਨਾ, ਤੇ ਫਿਰ ਆਪਾਂ ਇਹ ਵੀ ਪਤਾ ਕਰਾਂਗੇ ਜਿਹੜੀਆਂ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਦਾ ਜਿਹੜਾ ਰੌਲਾ ਹੈ ਉਹ ਹੁਣ ਘੁੰਮਦਾ ਫਿਰਦਾ ਜਥੇਦਾਰ ਸਾਹਿਬ ਦੇ ਪੱਲੇ ਕਿਵੇਂ ਪੈਂਦਾ ਜਾ ਰਿਹਾ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਗੁਰਪ੍ਰੀਤ, ਤੁਸੀਂ ਮੇਰਾ ਸਵਾਗਤ ਕਰਨਾ ਕਿ ਮੈਂ ਕਰਾਂ? ਨਹੀਂ ਇਹ ਥੋੜਾ ਗੱਲ ਦੱਸੋ। ਸਵਾਗਤ ਤੇ ਮੈਂ ਉੱਦਾਂ ਮੈਨੂੰ ਇੱਕ ਗੱਲ ਦੀ ਸਮਝ ਲੱਗੀ ਜੀ। ਅੱਜ ਤੱਕ ਕਦੇ ਮੈਂ ਜਹਾਜ਼ ਦੇ ਥੱਲੇ ਇਹ ਲਿਖਿਆ ਨਹੀਂ ਵੇਖਿਆ ਜਹਾਜ਼ ਆ ਜੀ। ਅੱਜ ਤੱਕ ਕਦੇ ਮੈਂ ਚੰਦ ਦੇ ਫੋਟੋ ਦੇ ਥੱਲੇ ਇਹ ਲਿਖਿਆ ਨਹੀਂ ਵੇਖਿਆ ਕਿ ਚੰਦ ਆ ਜੀ। ਤੇ ਇਹ ਕਿਉਂ ਦੱਸਣਾ ਪੈਂਦਾ ਕਿ ਮੈਂ ਗੁਰਪ੍ਰੀਤ ਸੰਧਾਲੀਆ? ਇੱਕ ਤੇ ਮੇਰਾ ਹੁਲੀਆ ਵੇਖੋ ਕਿਵੇਂ ਦਾ ਬਣਿਆ। ਮੈਂ ਕਰੋਨਾ ਹੇਅਰ ਸਟਾਈਲ ਕੀਤਾ। ਨਹੀਂ, ਕਰੋਨਾ ਸਟਾਈਲ ਹੋਵੇ ਕੁਝ ਹੋਵੇ, ਪਰ ਲੋਕਾਂ ਨੇ ਤੇ ਪਛਾਣ ਲੈਣਾ। ਲੋਕੀ ਤੇ ਕਈਆਂ ਦਿਨਾਂ ਡੇਕਣ ਦੇ। ਮੇਰਾ ਤਾਂ ਫੋਨ ਕਾਲਾਂ ਆ ਕੇ ਤਤਾ ਹੋ ਜਾਂਦਾ ਸੀ ਰੋਜ਼, ਉਹ ਕਿੱਥੇ ਆ ਤੇ ਜੇ ਹੁਣ ਆਏਗਾ ਤੇ ਦੱਸਣ ਦੀ ਲੋੜ ਕੀ ਹੈ? ਕੋਈ ਮੈਂ ਉਹੀ ਆ ਜੀ। ਇੱਕ ਨਾ ਫਿਰ ਤੋਂ ਡੀਕਦੇ ਸੀ। ਚਲੋ ਉਹ ਵੀ ਜਿਹੜੇ ਕੰਮ ਸੀ ਉਹ ਵੀ ਤੁਹਾਨੂੰ ਪਤਾ ਹੀ ਆ, ਨਾਲ ਦੀ ਨਾਲ ਸਾਰੇ ਚੱਲਦੇ ਰਹਿਣਗੇ। ਨਹੀਂ, ਉਹ ਚੰਗਾ ਕੀਤਾ ਤੁਸੀਂ ਸ਼ੁਰੂ ਕਰਾ ਆਏ ਹੋ। ਹਾਂਜੀ ਹਾਂਜੀ। ਤੇ ਹੁਣ ਇੱਕ ਵਾਰੀ ਗੱਡਾ ਰੇੜਤਾ ਤੇ ਅਗਲੇ ਪਾਸੇ ਬਾਈ ਦੀ ਵੇ ਤੁਸੀਂ ਕਈ ਪ੍ਰੋਗਰਾਮ ਸ਼ੁਰੂ ਕਰਾਏ ਆ। ਨਹੀਂ, ਮੈਂ ਚੱਜ ਦਾ ਵਿਚਾਰ ਵੀ ਤੁਸੀਂ ਸ਼ੁਰੂ ਕਰਾਇਆ ਜੀ। ਚੱਜ ਦਾ ਵਿਚਾਰ ਜੀ। ਫੋਕਸ ਵੀ ਤੁਸੀਂ ਸ਼ੁਰੂ ਕਰਾਇਆ ਸੀ। ਹੁਣ ਇਹ ਵੀ ਤੁਸੀਂ ਕਰਾ ਆਏ ਆ। ਜਿੱਦਾਂ ਉਹ ਚੱਲ ਪਿਆ ਇਹ ਵੀ ਚੱਲੇਗਾ। ਉਹ ਕਲਕੱਤੇ ਦੇ ਵਿੱਚ ਵੀ ਸ਼ਿਕਾਰ ਦਾ ਮੀਟ ਜਿਹੜਾ ਵੇਚਦਾ ਹੋਵੇ ਨਾ, ਉਹ ਕਹਿੰਦਾ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਦੇ ਆਸ਼ੀਰਵਾਦ ਨਾਲ ਵੇਚਿਆ। ਇੱਥੇ ਕੋਈ ਅੰਮ੍ਰਿਤਸਰ ਵਾਲੇ ਆਸ਼ੀਰਵਾਦ ਆਖੇ ਨਾ ਆਖੇ, ਪਰ ਇਹ ਪਤਾ ਕਿ ਜਿਹੜਾ ਤੁਸੀਂ ਪ੍ਰੋਗਰਾਮ ਸ਼ੁਰੂ ਕਰ ਰਹੇ ਹੋ ਮੁੜ ਕੇ ਚੱਲ ਪੈਂਦਾ। ਨਹੀਂ ਚਲੋ, ਇਹ ਤੁਹਾਡੇ ਪਿਆਰ ਕਰਨ ਵਾਲੇ ਵੇਂਦੇ ਆ। ਬਾਕੀ ਤੁਹਾਡਾ ਆਸ਼ੀਰਵਾਦ ਵੱਡਿਆਂ ਦਾ। ਤੇ ਆਪਾਂ ਖਬਰਾਂ ਵੀ ਕਰ ਲਈਏ ਨਾ, ਆਪਣੀਆਂ ਗੱਲਾਂ 'ਚ ਹੀ ਲੰਘ ਜੇ ਟਾਈਮ। ਨਹੀਂ ਕੋਈ, ਅੱਜ ਤੇ ਇਦਾਂ ਵੀ ਲੰਘ ਜਾਵੇ ਚੰਗਾ ਰਹੂਗਾ। ਨਹੀਂ, ਫਿਰ ਵੀ ਮੈਨੂੰ ਐਂ ਸੀ ਕਿ ਆਪਾਂ ਇਹਨਾਂ ਖਬਰਾਂ 'ਤੇ ਆਉਣ ਤੋਂ ਪਹਿਲਾਂ ਆ ਮੇਰੇ ਮਗਰੋਂ ਤੁਸੀਂ ਰਾਜਸਥਾਨ 'ਚ ਵੀ ਉਹੀ ਕਰਾ ਦਿੱਤਾ ਜਿਹੜਾ ਪਹਿਲਾਂ MP 'ਚ ਹੋਇਆ ਸੀ, ਪਰ ਕਹਿੰਦੇ ਬਚਾਅ ਹੋ ਗਿਆ। ਇਹ ਹੁਣ ਭਾਂਡਾ ਮੇਰੇ ਸਿਰ ਭਰਨਾ? ਨਹੀਂ ਮੈਨੂੰ ਤਾਂ ਤੁਸੀਂ ਕਰਾਤਾ। ਨਹੀਂ, ਮੈਂ ਤਾਂ ਬਲਕਿ ਇਹ ਸੋਚੀ ਜਾਂਦਾ ਕਿ ਇਹ ਭਾਜਪਾ ਵਾਲੇ ਜੋ ਕੁਝ ਕਰਦੇ ਪਏ ਆ ਜੀ। ਆਪਾਂ ਛੋਟੇ ਹੁੰਦਿਆਂ ਤੋਂ ਪੰਜਾਬ 'ਚ ਸੁਣਦੇ ਹੁੰਦੇ ਸੀ ਜੀ। ਅੱਤ ਤੱਤ ਦਾ ਵੈਰ ਹੁੰਦਾ ਜੀ। ਇਹ ਭਾਜਪਾ ਵਾਲੇ ਇੱਕ ਨਵੀਂ ਕਿਸਮ ਦਾ ਸਿਆਸੀ ਅੱਤਵਾਦ ਨਹੀਂ ਕਰ ਰਹੇ ਕਿ ਜਿੱਥੇ ਵੀ ਕਿਤੇ ਦਾ ਲੱਗਦਾ ਉਹਨਾਂ ਦੇ ਬੰਦੇ ਤੋੜੋ, ਆਪਣੇ ਜੋੜੋ, ਆਹ ਕਰ ਦਿਓ। ਗੋਆ ਵਿੱਚ ਉਹਨਾਂ ਕੋਲ 18 ਬੰਦੇ ਸੀ, ਭਾਜਪਾ ਕੋਲ 12 ਸੀ, ਬਾਕੀ ਸਾਰੇ ਤੋੜ ਕੇ ਸਰਕਾਰ ਬਣਾ ਲਈ ਜੀ। ਮਨੀਪੁਰ 'ਚ ਇਹਨਾਂ ਦੇ ਕੋਲ 20 ਸੀਗੇ ਤੇ ਕਾਂਗਰਸ ਦੇ ਕੋਲ 28 ਸੀ, ਸਾਰੇ ਤੋੜ ਕੇ ਸਰਕਾਰ ਬਣਾ ਲਈ ਜੀ। ਅੱਛਾ, ਪਹਿਲਾਂ ਉੱਤਰਾਖੰਡ ਦੀ ਸਰਕਾਰ ਇਹਨਾਂ ਬੰਦੇ ਤੋੜ ਕੇ ਤੇ ਆਪਣੀ ਬਣਾਈ ਸੀ, ਕਰਨਾਟਕਾ 'ਚ ਬਣਾਈ, ਫਿਰ ਮੱਧ ਪ੍ਰਦੇਸ਼ 'ਚ, ਹੁਣ ਰਾਜਸਥਾਨ ਵਾਸਤੇ ਇਹਨਾਂ ਨੇ ਪੂਰਾ ਟਿੱਲ ਲਾਇਆ ਜੀ। ਔਰ ਸਚਿਨ ਪਾਇਲਟ ਹੁਣ ਤੱਕ ਭਾਵੇਂ ਕਹਿੰਦਾ ਸੀ ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਰਹੂੰਗਾ, ਪਿਛਲੇ ਦਿਨਾਂ 'ਚੋਂ ਡਾਵਾਡੋਲ ਹੋ ਚੁੱਕਾ। ਔਰ ਤੁਹਾਨੂੰ ਯਾਦ ਹੋਵੇਗਾ ਜੀ, 2 ਮਹੀਨੇ ਪਹਿਲਾਂ ਜਦੋਂ ਫਰੂਕ ਅਬਦੁੱਲਾ ਦਾ ਮੁੰਡਾ ਉਮਰ ਅਬਦੁੱਲਾ ਛੱਡਿਆ ਗਿਆ ਜੀ, ਉਦੋਂ ਇੱਕ ਪ੍ਰੋਗਰਾਮ 'ਚ ਮੈਂ ਤੁਹਾਨੂੰ ਕਿਹਾ ਸੀ ਕਿ ਉਹਦੀਆਂ ਦੂਜੀਆਂ ਭੈਣਾਂ ਦੋਵੇਂ ਜਿਹੜੀਆਂ ਉਹਨਾਂ ਨੇ ਪਟੀਸ਼ਨ ਕੀਤੀ ਨਹੀਂ ਸੁਪਰੀਮ ਕੋਰਟ 'ਚ। ਹਾਂਜੀ। ਤੇ ਉਸ ਭੈਣ ਨੇ ਪਟੀਸ਼ਨ ਕੀਤੀ ਹੈ ਜਿਹੜੀ ਸਚਿਨ ਪਾਇਲਟ ਨਾਲ ਵਿਆਹੀ ਹੈ। ਉਹਦੇ ਵਿਆਹ ਵੇਲੇ ਤਾਂ ਨਾ ਫਰੂਕ ਅਬਦੁੱਲਾ ਬਾਪ ਗਿਆ ਸੀ ਤੇ ਨਾ ਉਮਰ ਅਬਦੁੱਲਾ ਭਰਾ ਗਿਆ ਸੀ, ਨਾ ਬਾਈਕਾਟ ਕੀਤਾ ਸੀ ਜੀ, ਪਸੰਦ ਨਹੀਂ ਕਰਦੇ ਸਚਿਨ ਪਾਇਲਟ ਨੂੰ। ਤੇ ਅੱਜ ਕੱਲ੍ਹ ਇੱਕ ਮਿਕ ਨੇ ਤੇ ਉਹ ਜਿਹੜੀ ਭੈਣ ਹੈ ਉਹ ਗਈ, ਉਹਨੇ ਜਾ ਕੇ ਪਟੀਸ਼ਨ ਕੀਤੀ ਤੇ ਮੋਦੀ ਸਰਕਾਰ ਨੇ ਮਹਿਬੂਬਾ ਮੁਫਤੀ ਨੂੰ ਜੇਲ੍ਹ 'ਚ ਰਹਿਣਤਾ ਜੀ, ਉਹਦੇ ਘਰ ਨੂੰ ਜੇਲ੍ਹ ਬਣਾਇਆ। ਬਿਲਕੁਲ ਸਹੀ। ਤੇ ਉਮਰ ਅਬਦੁੱਲੇ ਨੂੰ ਖੁੱਲ੍ਹਾ ਕਰਤਾ ਵੀ ਜਾ ਤੂੰ ਮਜ਼ੇ ਕਰ। ਇਹ ਉਦੋਂ ਮੈਂ ਕਿਹਾ ਸੀ ਕਿ ਅੰਦਰ ਖਾਤੇ ਸਚਿਨ ਪਾਇਲਟ ਨੂੰ ਗੰਢਣ ਦੀ ਇੱਕ ਕੋਸ਼ਿਸ਼ ਹੋ ਰਹੀ ਹੈ ਕਿ ਉਧਰ ਹੌਲੀ ਹੌਲੀ ਜੰਮੂ ਕਸ਼ਮੀਰ ਤੁਹਾਨੂੰ ਸੌਂਪ ਦਿਆਂਗੇ, ਇੱਧਰ ਇਹ ਤੇ ਤੂੰ ਇੱਕ ਵਾਰੀ ਕਾਂਗਰਸ ਦਾ ਬੇੜਾ ਗਰਕ ਕਰ ਦੇ। ਉਦੋਂ ਤੋਂ ਲੱਗਦਾ ਸੀ ਜੀ। ਹੁਣ ਇਹਨੇ ਜੋ ਕੁਝ ਆ ਪਿਛਲੇ 24 ਘੰਟਿਆਂ 'ਚ ਕੀਤਾ, ਬੰਦੇ ਲੈ ਕੇ ਦਿੱਲੀ ਜਾ ਬੈਠਾ। ਇਹ ਖਬਰਾਂ ਆ ਗਈਆਂ ਕਿ ਇਹ ਤਾਂ ਸਰਕਾਰ ਗਈ। ਸਨਿਚਰਵਾਰ ਪੁਲਿਸ ਨੇ ਇੱਕ ਜਿਹੜਾ ਪਰਚਾ ਦਰਜ ਕੀਤਾ ਜੀ ਕਿ ਅਸੀਂ ਤਾਂ ਕੋਈ ਅੱਤਵਾਦੀਆਂ ਦੇ ਕਰਕੇ ਫਲਾਣਾ ਨੰਬਰ ਫੋਨ ਨੰਬਰ ਜਿਹੜਾ ਉਹਦੀ ਸਰਵੇਲੈਂਸ ਲਾਈ ਸੀ। ਉਹਦੇ 'ਚ ਭਾਜਪਾ ਦਾ ਬਹੁਤ ਸੀਨੀਅਰ ਲੀਡਰ ਭਰਤ ਮਲਾਨੀ ਕਾਂਗਰਸ ਦੇ 2 ਵਿਧਾਇਕਾਂ ਨੂੰ ਇਹ ਕਹਿ ਰਿਹਾ ਕਿ ਇੰਨੇ ਕਰੋੜ ਹੋਣ ਦਿਆਂਗੇ ਜੀ, ਸਰਕਾਰ ਪਲਟਣ ਤੋਂ ਬਾਅਦ ਤੁਹਾਨੂੰ ਇੰਨੇ ਕਰੋੜ ਮਿਲਣਗੇ। ਉਹ ਪੁੱਛਦੇ ਆ ਜੀ ਸਾਡੇ ਡਿਪਟੀ ਮੁੱਖ ਮੰਤਰੀ ਨੂੰ ਫਿਰ ਤੁਸੀਂ ਮੁੱਖ ਮੰਤਰੀ ਬਣਾ ਦਿਓਗੇ? ਕਹਿੰਦੇ ਨਹੀਂ, ਉਹਨੂੰ ਕੇਂਦਰ ਦਾ ਮੰਤਰੀ ਬਣਾਵਾਂਗੇ ਸਚਿਨ ਪਾਇਲਟ ਨੂੰ ਜੀ, ਤੇ ਇੱਥੇ ਅਸੀਂ ਭਾਜਪਾ ਦਾ ਆਪਣਾ ਮੁੱਖ ਮੰਤਰੀ ਬਣਾਉਣਾ। ਉਹ ਸਾਰੇ ਕੁਝ ਦੇ ਉੱਤੇ ਪਰਚਾ ਦਰਜ ਕੀਤਾ ਕਿਉਂਕਿ ਉਹ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਆਖਿਆ ਕਿ ਅਸੀਂ ਤੇ ਅੱਤਵਾਦੀ ਲੱਭਦੇ ਸਾਂ, ਇੱਥੇ ਸਰਕਾਰ ਉਲਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਇਹ ਵੀ ਇੱਕ ਕ੍ਰਾਈਮ ਹੈ, ਪਰਚਾ ਦਰਜ ਕੀਤਾ ਜੀ। ਉਹ ਸਾਰੀ ਖੇਡ ਜਿਹੜੀ ਸੀ ਨੰਗੀ ਹੋਣ ਤੋਂ ਬਾਅਦ ਹੁਣ ਜਦੋਂ ਅੱਜ ਕਾਂਗਰਸ ਨੇ ਮੀਟਿੰਗ ਕਰਾਈ ਮੁੱਖ ਮੰਤਰੀ ਦੀ ਅਗਵਾਈ 'ਚ, 206 ਦੀ 200 ਦੀ ਅਸੈਂਬਲੀ ਹੈ, 200 ਮੈਂਬਰਾਂ ਦੀ,
ਉਹ 'ਚੋਂ 106 ਉਹਦੇ ਕੋਲ ਇਕੱਠੇ ਹੋ ਗਏ ਤੇ ਸਚਿਨ ਪਾਇਲਟ ਅਜੇ ਵੀ ਆਖੀ ਜਾਂਦਾ ਮੇਰੇ ਕੋਲ 30 ਬੰਦੇ ਆ। ਉਹ 30 ਬੰਦੇ ਕਿਹੜੇ ਹੋਏ ਫਿਰ? ਬਿਲਕੁਲ ਸਹੀ। ਇਹਨੇ ਤੇ ਬੰਦੇ ਹੀ ਨਹੀਂ ਗਏ ਕਾਂਗਰਸ ਦੇ ਕੋਲ ਉੱਥੇ। ਤੇ ਜਦੋਂ ਉਹਨੇ 106 ਵਿਖਾਤੇ ਤੇ ਇਹਦਾ ਮਤਲਬ ਸਰਕਾਰ ਉਹਦੀ ਅਜੇ ਤੱਕ ਕਾਇਮ ਹੈ। ਸਚਿਨ ਪਾਇਲਟ ਅਜੇ ਤੱਕ ਨਹੀਂ ਮੰਨ ਰਿਹਾ। ਪ੍ਰਿਯੰਕਾ ਗਾਂਧੀ ਹੁਣ ਆਖਰੀ ਪੜਾਅ ਦੇ ਉੱਤੇ ਆ ਕੇ ਉਹ ਉਹਦੇ ਨਾਲ ਗੱਲ ਕਰਨ ਲੱਗੀ ਆ ਕਿ ਇੱਦਾਂ ਨਾ ਕਰ, ਇਹ ਤੇਰੇ ਵਾਸਤੇ ਵੀ ਗਲਤ ਸਾਬਤ ਹੋਊਗਾ, ਸਾਡਾ ਵੀ ਨੁਕਸਾਨ ਹੋਊ। ਪਰ ਸਾਹਿਬ ਕਮਜ਼ੋਰੀ ਚੀਜ਼ ਜਾਪਦੀ ਐ, ਨਹੀਂ ਜਾਪਦਾ ਕਿ ਰਾਹੁਲ ਗਾਂਧੀ ਦੇ ਜਿਹੜੇ ਕਹਿੰਦੇ ਬੰਦੇ ਬਹੁਤ ਨੇੜੇ ਆ ਉਹੀ ਭੱਜ ਜਾਂਦੇ, ਉਹੀ ਭੱਜ ਜਾਂਦੇ ਆ ਯਾਰ। ਇਹ ਦੋ ਬੰਦੇ ਆ, ਇੱਕ ਤਾਂ ਜਿਹੜਾ ਸੈਂਟਰ ਵਿੱਚ ਰਾਹੁਲ ਗਾਂਧੀ ਜੀ, ਉਹ ਕਾਂਗਰਸ ਦਾ ਭੱਠਾ ਜਾਂਦਾ। ਪੰਜਾਬ 'ਚ ਇਹੀ ਹਾਲਤ ਸੁਖਬੀਰ ਸਿੰਘ ਬਾਦਲ ਦੀ ਜੀ। ਆ ਸੁਖਬੀਰ ਸਿੰਘ ਬਾਦਲ ਦੇ ਨੇੜੇ ਤੇ ਵੀ ਤੇ ਉਹ ਕੁਝ ਕਰੀ ਜਾਂਦੇ ਆ। ਤੁਸੀਂ ਕਮਾਲ ਦੀ ਗੱਲ ਨਹੀਂ ਵੇਖੀ ਜੀ ਕਿ ਆ ਕਿੰਨਾ ਕੁਝ ਹੋ ਗਿਆ ਜੀ। ਸੁਖਦੇਵ ਸਿੰਘ ਢੀਂਡਸੇ ਨੇ ਵੱਖਰੀ ਪਾਰਟੀ ਬਣਾ ਲਈ ਹੈ। ਮੈਂ ਪੁੱਛਣੀ ਲੱਗਾ ਸੀ ਤੁਹਾਨੂੰ ਗੱਲ, ਉਹ ਭਗਵੰਤ ਮਾਨ ਨੇ ਜਿਹੜਾ ਰੌਲਾ ਪਾਇਆ ਉਹ ਸੱਚਾ? ਇਹ ਵੀ ਤੇ ਪੰਜਾਬ ਦਾ ਰਾਹੁਲ ਗਾਂਧੀ ਬਣਿਆ ਪਿਆ ਇਹ ਵੇਲੇ, ਕਿਉਂਕਿ ਇਹਦੇ ਨਾਲਦਿਆਂ ਚੋਂ ਜੀ ਇੱਕ ਦਲਜੀਤ ਸਿੰਘ ਚੀਮਾ ਤੇ ਇੱਕ ਜਿਹੜਾ ਹੈਗਾ ਇਹ ਸਿਕੰਦਰ ਸਿੰਘ ਮਲੂਕਾ, ਉਹ ਦੋ ਬੋਲੇ ਆ। ਪ੍ਰੇਮ ਸਿੰਘ ਚੰਦੂ ਮਾਜਰਾ ਉਹਦੀ ਆਪਣੀ ਨਿੱਜੀ ਕਿਹੜਾ ਉਹ ਪਟਿਆਲੇ ਸੰਗਰੂਰ ਦੇ ਇਲਾਕੇ ਦੀ, ਉਹ ਮਾਮੂਲੀ ਜਿਹਾ ਬੋਲਿਆ ਉਹ ਵੀ। ਬਾਕੀ ਸਾਰੇ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਵੀ ਇੱਕ ਵੀ ਸਾਬਕਾ ਮੰਤਰੀ, ਇੱਕ ਵੀ ਐਮਐਲਏ, ਇੱਕ ਵੀ ਸਾਬਕਾ ਐਮਐਲਏ, ਕੋਈ ਸਾਬਕਾ ਪਾਰਲੀਮੈਂਟ ਮੈਂਬਰ, ਹੁਣ ਵਾਲੇ ਪਾਰਲੀਮੈਂਟ ਮੈਂਬਰ ਕੋਈ ਵੀ ਨਹੀਂ ਬੋਲ ਰਿਹਾ ਜੀ। ਇਹ ਦੋ ਤਿੰਨ ਜਣੇ ਬੋਲੇ ਨੇ ਤੇ ਉਹ ਵੀ ਬਾਪੂ ਦੀ ਯਾਰ ਨੇ, ਸੁਖਬੀਰ ਦੇ ਥੋੜ੍ਹੇ। ਸੁਖਬੀਰ ਦੇ ਨਾਲਦਿਆਂ ਦੇ ਵਿੱਚੋਂ ਤਾਂ ਸੁਖਬੀਰ ਦਾ ਜਿਹੜਾ ਸਭ ਤੋਂ ਨੇੜਲਾ ਰਿਸ਼ਤੇਦਾਰ ਮਜੀਠੀਆ, ਉਹ ਵੀ ਢੀਂਡਸੇ ਦੇ ਖਿਲਾਫ ਨਹੀਂ ਬੋਲਿਆ। ਜਦੋਂ ਢੀਂਡਸੇ ਦੇ ਖਿਲਾਫ ਰੈਲੀ ਕਰਨ ਗਿਆ ਸੀ ਸੁਖਬੀਰ ਸਿੰਘ ਬਾਦਲ, ਉੱਥੇ ਬਾਪੂ ਨੂੰ ਵੀ ਲਿਆ ਗਿਆ ਸੀ ਤੇ ਉੱਥੇ ਜਾ ਕੇ ਨੇ ਆਖਿਆ ਸੀ ਢੀਂਡਸੇ ਦੀ ਅੰਤਮ ਅਰਦਾਸ ਕਰਨਾ ਹੈ। ਮਜੀਠੀਆ ਤੇ ਉਦੋਂ ਵੀ ਉੱਥੇ ਨਹੀਂ ਸੀਗੇ। ਇਹ ਇਸ ਵੇਲੇ ਇਹਦੀ ਹਾਲਤ ਉਹ ਬਣੀ ਪਈ ਹੈ। ਮੈਂ ਤੁਹਾਨੂੰ ਸੱਚੀ ਦੱਸਣ ਡਿਆ ਕਿ ਇਹਦੇ ਪੰਜਾਬ 'ਚ ਕੋਈ ਨਹੀਂ ਮੰਨਦਾ, ਅਕਾਲੀ ਦਲ 'ਚ, ਉਹਦੀ ਕਾਂਗਰਸ 'ਚ ਉੱਥੇ ਕੋਈ ਨਹੀਂ ਮੰਨਦਾ। ਉਹ ਜਿਹੜੀ ਸੱਚਾਈ ਆ ਉਹਨੂੰ ਥੋੜ੍ਹਾ ਥੋੜ੍ਹਾ ਪ੍ਰਵਾਨ ਕਰਨਾ ਚਾਹੀਦਾ। ਰਾਹੁਲ ਗਾਂਧੀ ਦੇ ਇਸ ਤਰ੍ਹਾਂ ਲੀਓਂ ਲੱਥ ਜਾਣ ਕਰਕੇ ਹੁਣ ਰਾਜਸਥਾਨ ਦੀ ਸਰਕਾਰ ਬਣਾਉਣ ਵਾਸਤੇ ਵੀ ਪ੍ਰਿਯੰਕਾ ਰਾਹੁਲ ਦੀ ਭੈਣ ਉਹ ਸਰਗਰਮ ਹੋਈ ਆ, ਔਰ ਉਹ ਜਿਸ ਢੰਗ ਨਾਲ ਸਰਗਰਮ ਹੋਈ ਆ, ਇੱਕ ਵਾਰ ਤਾਂ ਸਰਕਾਰ ਉਹਨਾਂ ਨੇ ਬਚਾ ਲਈ ਹੈ। ਬਿਲਕੁਲ ਸਹੀ। ਅੱਗੋਂ ਇਹ ਸਰਕਾਰ ਬਹੁਤਾ ਚਿਰ ਰਹਿੰਦੀ ਨਹੀਂ ਜਾਪਦੀ, ਕਿਉਂਕਿ ਜਿਹੜਾ ਉੱਥੋਂ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਰਾਜਸਥਾਨ ਦਾ, ਜਿਹਦੇ ਦੁਨੀਆ ਭਰ ਦੇ ਵਿੱਚ ਬ੍ਰਾਂਡ ਚੱਲਦੇ ਨੇ ਜੀ, ਔਰ ਉਹ ਅਸ਼ੋਕ ਗਹਿਲੋਤ ਦੇ ਬਹੁਤ ਨੇੜੇ ਆ। ਉਹ ਦੋ ਘਰਾਣੇ ਆ, ਉਹਨਾਂ ਦੋਵਾਂ ਦੇ ਖਿਲਾਫ ਅੱਜ ਸਵੇਰ ਦੇ ਇਨਕਮ ਟੈਕਸ ਦੇ ਐਨਫੋਰਸਮੈਂਟ ਦੇ ਛਾਪੇ ਵੱਜਣ ਲੱਗ ਪਏ, ਸਿਰਫ ਇਸ ਕਰਕੇ ਕਿ ਅਸ਼ੋਕ ਗਹਿਲੋਤ ਨੂੰ ਡੁੱਬਣਾ। ਯਾਨੀ ਕੇਂਦਰੀ ਏਜੰਸੀਆਂ ਇਸ ਵੇਲੇ ਭਾਜਪਾ ਦੀ ਇੱਕ ਜਿਹੜੀ ਹੈਗੀ ਨਾ ਫਾਈਟਿੰਗ ਸਕੁਐਡ ਬਣੀਆਂ ਨੇ, ਵੀ ਜਿੱਥੇ ਹਮਲਾ ਕਰਨਾ ਤੁਸੀਂ ਜਾ ਕੇ ਟੁੱਟ ਕੇ ਪੈ ਜਾਓ, ਉਹਨਾਂ 'ਚ ਤੁਸੀਂ ਪਿੱਛੇ ਨਹੀਂ ਹਟਣਾ ਜਦ ਤੱਕ ਸਰਕਾਰ ਨਹੀਂ ਪਲਟ ਲੈਂਦੇ। ਜਿਵੇਂ ਪੰਨ ਸਾਹਿਬ ਇੱਕ ਗੱਲ ਸਮਝਾਓ, ਜਦੋਂ ਆਪਾਂ ਕਿਸੇ ਮੁਲਕ ਨੂੰ ਦੇਖਦੇ, ਦੇਸ਼ ਨੂੰ ਦੇਖਦੇ ਹਾਂ, ਇੱਕ ਪਾਸੇ ਚਾਈਨਾ ਨਾਲ ਜੋ ਚੱਲੀ ਜਾਂਦਾ ਆਪਾਂ ਨੂੰ ਪਤਾ, ਪਾਕਿਸਤਾਨ ਵਾਲੇ ਪਾਸੇ ਜੋ ਚੱਲਦਾ ਸੀ ਉਹ ਤਾਂ ਰੁਕਿਆ ਨਹੀਂ। ਫਿਰ ਕਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਵੀ ਦਿਨੋਂ ਦਿਨ ਵਧੀ ਜਾਂਦਾ। ਇਹ ਸਾਰੇ ਕੁਝ ਦੇ ਵਿੱਚ ਜਦੋਂ ਪਿਛਲੇ ਸਮੇਂ ਦੇ ਵਿੱਚ ਚਾਈਨਾ ਵਾਲਾ ਸਾਰਾ ਕੁਝ ਇੱਥੇ ਆ ਕੇ ਕੰਮ ਖਰਾਬ ਹੋ ਗਿਆ। ਹਾਂਜੀ, ਜਿਹੜਾ 1 ਮਹੀਨਾ ਪਾਸੇ ਰਿਹਾ ਨਾ ਗੁਰਪ੍ਰੀਤ ਸੰਧਾਣੀਆ ਜੀ, ਹੁਣ ਕਹਿਰ ਦੀ ਥਾਂ ਪ੍ਰਕੋਪ ਕਹਿਣ ਲੱਗ ਪਿਆ। ਨਹੀਂ ਨਹੀਂ ਹੁੰਦਾ, ਖੈਰ ਤੇ ਕਦੇ ਕਦੇ ਅੰਦਰਲਾ ਕਲਾਕਾਰ ਬੋਲ ਪੈਂਦਾ ਨਾ। ਅੱਛਾ, ਇਹ ਮੈਂ ਕਹਿੰਦਾ ਵੀ ਇੰਨੇ ਕੁਛ ਦੇ ਵਿੱਚ ਇਹਨਾਂ ਨੂੰ ਅਜੇ ਵੀ ਇਹ ਸੋਚਣ ਡਿਆ ਵੀ ਆਪਾਂ ਸਰਕਾਰ ਕਿਹੜੀ ਡੇਗਣੀ ਤੇ ਕਿੱਥੇ ਬਣਾਉਣੀ। ਦੋਸਤੀ ਕਿਹਦੇ ਨਾਲ ਹੈ? ਸੰਗਤ ਦੀ ਰੰਗਤ ਆਉਂਦੀ ਹੁੰਦੀ ਹੈ ਜਿਹਦੇ ਨਾਲ ਰਹੀਏ ਜੀ। ਡੋਨਲਡ ਟਰੰਪ ਇਸ ਵੇਲੇ ਉੱਥੇ ਕਹਿਰ ਮਚਿਆ ਪਿਆ ਜੀ। 1,37,000 ਤੋਂ ਵੱਧ ਲੋਕ ਮਰ ਗਏ ਨੇ। ਬਿਲਕੁਲ ਸਹੀ। ਕਰੋਨਾ ਦਾ ਦੂਸਰਾ ਵਾਲਾ ਸ਼ੁਰੂ ਹੋ ਗਿਆ 14 ਜੂਨ ਤੋਂ ਬਾਅਦ, ਫਿਰ ਕੇਸ ਵਧਣੇ ਸ਼ੁਰੂ ਹੋ ਗਏ, ਬੜੀ ਤੇਜ਼ੀ ਨਾਲ ਵੱਧਦੇ ਪਏ ਨੇ ਜੀ। ਰੋਜ਼ ਹੀ ਜਿੰਨੇ ਕੱਲ੍ਹ ਵਧੇ ਸੀ, ਅੱਜ ਇਹ ਨਹੀਂ ਕਿ ਉਹਨੇ ਹੋਰ ਵਧਣ, ਉਹਦੇ ਨਾਲੋਂ ਵੀ ਜ਼ਿਆਦਾ ਵੱਧ ਜਾਂਦੇ, ਲਗਾਤਾਰ ਵਧੀ ਜਾ ਰਹੇ ਨੇ ਜੀ। ਤੇ ਉਹ ਆਪਣੀ ਚੋਣ ਦੇ ਵਿੱਚ ਲੱਗਾ ਪਿਆ ਕਿ ਮੈਂ ਇੱਥੇ ਅਮਰੀਕਾ 'ਚ ਚੋਣ ਜਿੱਤਣੀ ਹੈ, ਤੇ ਲੋਕਾਂ ਨੂੰ ਫੰਡ ਵੀ ਜਾਰੀ ਕਰੀ ਜਾ ਰਿਹਾ, ਤੇ ਇਹ ਵੀ ਦਬਾਅ ਪਾਈ ਜਾ ਰਿਹਾ ਸਕੂਲ ਵੀ ਖੋਲ੍ਹ ਦਿਓ, ਸਭ ਕੁਝ ਕਰੀ ਜਾਓ। ਤੇ ਫਿਰ ਉਹ ਕੁਝ ਫਾਰਮੂਲੇ ਉਹ ਨਾ ਤੋਂ ਸਿੱਖ ਕੇ ਉੱਥੇ ਜਾ ਕੇ ਵਰਤਾ, ਕੁਝ ਉਹ ਤੋਂ ਸਿੱਖ ਕੇ ਇਹ ਵਰਤ ਰਿਹਾ। ਪਰ ਜਿਹੜਾ ਹੁਣ ਅਮਰੀਕਾ ਦੀ ਇਲੈਕਸ਼ਨ 'ਚ ਕਹਿੰਦੇ ਚਾਈਨਾ ਇੱਕ ਇਸ਼ੂ ਬਣ ਗਿਆ, ਉਹਨੂੰ ਕਿਵੇਂ ਦੇਖਦੇ ਹੋ? ਬਣਾਇਆ ਗਿਆ ਕਿ ਜਾਂ ਬਣ ਗਿਆ? ਸਾਡੇ ਕੋਲ ਕਿਹੜਾ ਬਣਦਾ ਹੁੰਦਾ? ਹਰ ਵਾਰੀ 2014 ਦੀਆਂ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਸਾਰੀ ਚੋਣ ਜਿਹੜੀ ਆ ਉਹ ਚਿੱਕੋ ਤਵਾ ਰੱਖਿਆ ਸੀ, ਮੈਂ ਆ ਗਿਆ ਪਾਕਿਸਤਾਨ ਨੂੰ ਸਬਕ ਸਿਖਾ ਦੂੰਗਾ ਜੀ। ਜਿੱਦਣ ਮੈਂ ਆ ਗਿਆ ਪਾਕਿਸਤਾਨ 'ਚ ਦੀਵੇ ਬੁੱਝ ਜਾਣਗੇ, ਜੇ ਮੈਂ ਨਾ ਆ ਸਕਿਆ ਤੇ ਪਾਕਿਸਤਾਨ 'ਚ ਰਾਤ ਨੂੰ ਆਤਿਸ਼ਬਾਜ਼ੀ ਹੋਵੇਗੀ। ਪਰ ਹੋਇਆ ਕੀ ਸੀ? ਜਦੋਂ ਇਹ ਜਿੱਤ ਗਿਆ ਤੇ ਸਭ ਤੋਂ ਪਹਿਲਾਂ ਚੁੱਲ੍ਹੇ ਨੇ ਆਉਂਦਾ ਇਹਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਆਖਿਆ ਸੀ ਕਿ ਮੈਂ ਸਹੁੰ ਚੁੱਕਣ ਲੱਗਾ, ਇਹੋ ਜਿਹੇ ਮੌਕੇ 'ਤੇ ਸ਼ਰੀਕਾ ਭਾਈਚਾਰਾ ਨਾਲ ਚਾਹੀਦਾ, ਤੂੰ ਆ ਜਾ, ਸਾਡਾ ਆਪਣਾ ਬੰਦਾ। ਸਭ ਤੋਂ ਪਹਿਲਾਂ ਸੱਦਾ ਉਹਨੂੰ ਦਿੱਤਾ ਸੀ, ਉਹ ਆਪਣੀ ਧੀ ਨੂੰ ਨਾਲ ਲੈ ਕੇ ਆਇਆ ਸੀ। ਉਹ ਹੁਣ ਡੋਨਲਡ ਟਰੰਪ ਵੀ ਇਸ ਵੇਲੇ ਸਭ ਤੋਂ ਵੱਧ ਜ਼ੋਰ ਚੀਨ ਦੇ ਖਿਲਾਫ ਲਾ ਰਿਹਾ ਜੀ। ਚੀਨ ਨੂੰ ਉਹਨੇ ਮੁੱਦਾ ਬਣਾਇਆ ਪਿਆ, ਤੇ ਜੇ ਉਹ ਫਰਜ਼ ਕਰੋ ਜਿੱਤ ਜਾਂਦਾ ਕੱਲ੍ਹ ਨੂੰ ਜੀ, ਦੁਬਾਰਾ ਰਾਸ਼ਟਰਪਤੀ ਬਣ ਜਾਂਦਾ, ਤੇ ਇਸ ਗੱਲ ਦੀ ਸੰਭਾਵਨਾ ਕਿ ਸਹੁੰ ਚੁੱਕਣ ਵੇਲੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਖੇ ਆ ਜਾ, ਉਹ
ਕੌੜ ਫਿੱਕ ਛੱਡੀ ਦੀ ਹੁੰਦੀ ਹੈ, ਇਹੋ ਜਿਹੇ ਮੌਕੇ ਸਰੀਕਾ ਭਾਈਚਾਰਾ ਚਾਹੀਦਾ, ਉਹ ਵੀ ਚੱਲ ਸਕਦਾ। ਆਹੋ ਬਿਆਨ ਹੀ ਦੇਣਾ ਜੀ ਵੀ ਨਵੀਂ ਪਾਰੀ 'ਚ ਹੁਣ ਮੈਂ ਇੱਕ ਵਾਰ ਫਿਰ ਤੋਂ ਸੰਬੰਧ ਸੁਧਾਰਨ ਦੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ। ਬਿਲਕੁਲ ਜੀ। ਤੇ ਅੱਛਾ, ਸੰਬੰਧਾਂ ਦੀ ਗੱਲ ਮੈਂ ਚਾਹੁੰਦਾ ਸੀ ਪਨੂ ਸਾਹਿਬ ਆਪਾਂ ਉਹ ਗੱਲ ਕਰ ਲਈਏ। ਸੁਧੀਰ ਸੂਰੀ ਵਾਲੀ ਮੈਂ ਸਟਾਰਟਿੰਗ 'ਚ ਕਿਹਾ ਸੀ ਕਿ ਉਹ ਬੰਦਾ ਜਿੰਨੀ ਵਾਰ ਵੀ ਬੋਲਦਾ, ਉਹ ਜ਼ੁਬਾਨ 'ਚੋਂ ਜੋ ਕੁਝ ਵੀ ਕੱਢਦਾ ਅਜੇ ਵੀ ਨੈੱਟ 'ਤੇ ਪਿਆ, ਆਪਾਂ ਸੁਣ ਸਕਦੇ ਹਾਂ। ਪਰ ਆ ਪਿਛਲੇ ਦਿਨੀ ਜਿਹੜਾ ਖਾਸ ਕਰਕੇ NRIs ਦੇ ਖਿਲਾਫ ਉਹਨੇ ਕਿਹਾ, ਤੇ ਉਸ ਤੋਂ ਬਾਅਦ ਜਿੱਦਾਂ ਹੁਣ ਪੁਲਿਸ ਉਹਨੂੰ ਫੜ ਕੇ ਲੈ ਕੇ ਆਈ ਆ, ਹਾਲਾਂਕਿ ਉਹਨੇ ਆਪਣੀ ਸਫਾਈ ਵੀ ਦਿੱਤੀ, ਉਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਖਾਲਿਸਤਾਨ ਦਾ ਵਿਰੋਧ ਕੋਈ ਕਰੇ, ਕੋਈ ਹਿੰਦੂ ਰਾਸ਼ਟਰ ਦਾ ਵਿਰੋਧ ਕਰੇ, ਕੋਈ ਇਸਲਾਮਿਕ ਕੱਟੜਵਾਦ ਦਾ ਵਿਰੋਧ ਕਰੇ, ਉਹ ਸੋਚ ਦੀ ਗੱਲ ਹੁੰਦੀ ਹੈ ਜੀ। ਪਰ ਇਹਨੇ ਖਾਲਿਸਤਾਨ ਦੇ ਵਿਰੋਧ ਦੇ ਨਾਂ 'ਤੇ ਸਿੱਖਾਂ ਦੀਆਂ ਧੀਆਂ ਭੈਣਾਂ ਬਾਰੇ ਵੀ ਉਦੋਂ ਬਹੁਤ ਕੁਝ ਬੋਲਿਆ ਜੀ, ਪੁੱਠਾ ਬੋਲਿਆ। ਜਿਹੜੀ ਇਹਨੇ ਬੋਲੀ ਵਰਤੀ ਉਦੋਂ, ਉਹ ਵੀ ਗੰਦੀ ਸੀ। ਹੁਣ ਇਹਨੇ NRIs ਬਾਰੇ ਜਾ ਕੇ ਜੋ ਕੁਝ ਆਖਿਆ ਕਿ ਬਾਹਰ ਤੁਸੀਂ ਗੋਰਿਆਂ ਨਾਲ ਕੁਝ ਕਰਦੇ ਜੀ, ਪਿੱਛੇ ਤੁਹਾਡੀਆਂ ਧੀਆਂ ਭੈਣਾਂ, ਇਹਨੇ ਜਿਹੜੀ ਬਕਵਾਸ ਦੀ ਹੱਦ ਤੱਕ ਜਾ ਕੇ ਜੋ ਗੰਦ ਬਕਿਆ ਜੀ, ਉਹ ਬਰਦਾਸ਼ਤ ਕਰਨ ਵਾਲਾ ਨਹੀਂ ਗਾ। ਲੋਕਾਂ ਦੇ ਇਹ ਹਜਮ ਨਹੀਂ ਹੁੰਦਾ। ਬਿਲਕੁਲ ਸਹੀ। ਇਹ ਉਹ ਫਿਰ ਅੰਤ ਨੂੰ ਹੋਇਆ ਏ ਕਿ ਸਾਰੀ ਦੁਨੀਆ 'ਚ ਇਹਦਾ ਵਿਰੋਧ ਹੋਇਆ। ਉਸ ਵਿਰੋਧ ਤੋਂ ਬਾਅਦ ਪੰਜਾਬ ਪੁਲਿਸ ਨੇ ਬਕਾਇਦਾ ਪਰਚਾ ਦਰਜ ਕੀਤਾ। ਜੰਡਿਆਲੇ ਗੁਰੂ 'ਚ ਪਰਚਾ ਦਰਜ ਹੋਇਆ, ਅੰਮ੍ਰਿਤਸਰ ਦਿਹਾਤੀ ਜ਼ਿਲ੍ਹਾ ਪੈਂਦਾ ਜੀ। ਉਹ ਪਰਚਾ ਦਰਜ ਹੋਣ ਤੋਂ ਬਾਅਦ ਇਹਨੇ ਇੱਕ ਤਾਂ ਫਟਾਫਟ ਵੀਡੀਓ ਪਾਤੀ ਕਿ ਉਹ ਵਾਇਸ ਓਵਰ ਕਿਸੇ ਹੋਰ ਨੇ ਦਿੱਤਾ, ਫੋਟੋ ਮੇਰੀ ਲਾਈ ਆ, ਮੈਂ ਤੇ ਆਖਿਆ ਹੀ ਕੁਛ ਨਹੀਂ। ਦੂਜਾ ਕੰਮ ਇਹ ਕੀਤਾ ਕਿ ਇੱਥੋਂ ਇਹ ਪੱਤਰੇਬਾਜ਼ ਗਿਆ। ਇਹਨੂੰ ਸਿਕਿਉਰਿਟੀ ਮਿਲੀ ਸੀ ਜੀ, ਜਿਹੜੀ ਸਿਕਿਉਰਿਟੀ ਮਿਲੀ ਨਾਲ ਉਹਨੂੰ ਵੀ ਨਹੀਂ ਪਤਾ ਲੱਗਾ, ਚੁੱਪ ਚਪੀਤਾ ਨਿਕਲ ਗਿਆ। ਫਿਰ ਇਹ ਲੱਭੇ ਨਾ। ਉਦੋਂ ਬਾਅਦ ਪੰਜਾਬ ਪੁਲਿਸ ਦੇ ਉੱਤੇ ਵੀ ਪ੍ਰੈਸ਼ਰ ਸੀ। ਇਹਨਾਂ ਨੇ 2 ਟੀਮਾਂ ਬਣਾਈਆਂ, ਪਤਾ ਕਰਾਇਆ, ਮਗਰ ਲੱਗੇ ਰਹੇ, ਫੋੜਾ ਫੜੀ ਕਰਦੇ ਰਹੇ। ਇਹ ਸਮਝ ਲੱਗੀ ਕਿ ਇਹ ਇੰਦੌਰ ਪਹੁੰਚ ਗਿਆ। ਅੱਜ ਕੱਲ੍ਹ ਇਹੋ ਜਿਹੇ ਗੰਦੇ ਬੰਦੇ ਸਾਰੇ ਪਤਾ ਨਹੀਂ ਮੱਧ ਪ੍ਰਦੇਸ਼ ਨੂੰ ਕਿਉਂ ਦੌੜਦੇ ਆ ਜੀ। ਔਰ ਜਿਹੜਾ ਵਿਕਾਸ ਦੁਬੇ ਉੱਤਰ ਪ੍ਰਦੇਸ਼ ਦੇ ਵਿੱਚ 8 ਪੁਲਿਸ ਵਾਲਿਆਂ ਨੂੰ ਮਾਰ ਕੇ ਭੱਜਿਆ ਸੀ ਜੀ, ਉਹ ਵੀ ਤਾਂ ਮੱਧ ਪ੍ਰਦੇਸ਼ 'ਚ ਸ਼ਿਵਰਾਜ ਚੌਹਾਨ ਦੀ ਸਰਕਾਰ ਦਾ ਆਸਰਾ ਲੈਣੇ ਭੱਜਾ ਸੀ ਨਾ ਜੀ। ਹੁਣ ਸੁਧੀਰ ਸੂਰੀ ਵੀ ਉੱਥੇ ਗਿਆ, ਭੜਕ ਨੂੰ ਕੋਈ ਹੋਰ ਵੀ ਜਾਊ। ਇਹਦਾ ਪਤਾ ਲੱਗਾ ਇੰਦੌਰ ਹੈ। ਫਿਰ ਪੰਜਾਬ ਪੁਲਿਸ ਦੇ ਮੁਖੀ ਨੇ, DGP ਦਿਨਕਰ ਗੁਪਤਾ ਨੇ, ਉੱਥੋਂ ਦਾ ਜਿਹੜਾ ਪੁਲਿਸ ਦਾ ਮੁਖੀ ਹੈ ਉਹਦੇ ਨਾਲ ਗੱਲ ਕੀਤੀ ਕਿ ਉਹ ਬੰਦਾ ਸਾਡੇ ਇਸ ਵੇਲੇ ਤੱਕ ਥੱਲੇ ਆ ਤੇ ਅਸੀਂ ਫੜਨਾ, ਪੁਲਿਸ ਦੀਆਂ ਟੀਮਾਂ 2 ਮੈਂ ਭੇਜ ਰਿਹਾ, ਤੁਸੀਂ ਕੋਆਪਰੇਟ ਕਰੋ। ਉਹ ਇਹ ਤੋਂ ਫਿਰ ਪਾਸੇ ਨਹੀਂ ਹੋ ਸਕਦੇ। ਉਹਨਾਂ ਆਖਿਆ ਜੀ ਠੀਕ ਹੈ, ਕੋਆਪਰੇਟ ਕਰਾਂਗੇ। 2 ਟੀਮਾਂ ਗਈਆਂ, ਉਹਨੂੰ ਜਾ ਕੇ ਨੱਪ ਲਿਆ। ਹੁਣ ਉਹ ਵਾਪਸ ਲਿਆ ਰਹੇ ਆ। ਜਿਹੜੀਆਂ ਟੀਮਾਂ ਇੱਥੋਂ ਗਈਆਂ ਉਹਨਾਂ ਨੂੰ ਹਦਾਇਤ ਇਹ ਸੀ ਕਿ ਸਾਰੇ ਰਸਤੇ ਜਲ ਪਾਣੀ ਛਕਣ ਤੋਂ ਸਿਵਾ ਤੁਹਾਂ ਕਿਤੇ ਰੁਕਣਾ ਨਹੀਂ, ਛੂਟੋ ਛੂਟੀ ਜਾਓ, ਰਾਤ ਦਿਨ ਜਾਓ। ਉਹ ਪਹੁੰਚ ਕੇ ਜਾ ਕੇ ਉਹਨਾਂ ਨੱਪ ਲਿਆ। ਉਹਨੂੰ ਹੁਣ ਲੈ ਕੇ ਆ ਰਿਹਾ। ਵੇਖੋ, ਜੋ ਕੁਝ ਉਹਨੇ ਕੀਤਾ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਦੁਖੀ ਕਰਨ ਵਾਲਾ ਜੀ, ਮਾਨਸਿਕ ਪੱਖ ਤੋਂ ਵੀ, ਧਾਰਮਿਕ ਪੱਖ ਤੋਂ ਵੀ, ਬਾਕੀ ਸਾਰੇ ਪੱਖ ਤੇ ਛੱਡ ਦੇ। ਨਿੱਜੀ ਤੌਰ ਤੇ ਜਿਹੜੀਆਂ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ, ਬਿਲਕੁਲ ਸਹੀ, ਬਕਵਾਸ ਕੀਤੀ ਗਈ ਆ, ਉਹ ਬਹੁਤ ਹੱਦ ਤੋਂ ਅੱਗੇ ਜਾਂਦੀ ਪਈ ਆ। ਆਪਣੇ ਆਪ ਨੂੰ ਇੱਕ ਆਪੇ ਹੀ ਹਿੰਦੂ ਸ਼ਿਵ ਸੈਨਾ ਟਕਸਾਲੀ ਇਹ ਲਫ਼ਜ਼ ਜਿਹੇ ਬਣਾਉਣੇ ਸ਼ੁਰੂ ਕਰਤੇ ਜੀ। ਇਹ ਜੋ ਕੁਝ ਉਹਨੇ ਕੀਤਾ ਸੀਗਾ ਉਹਦਾ ਕਰਕੇ ਹੁਣ ਉਹ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਨੇ ਅਜੇ ਤੱਕ ਠੀਕ ਕੀਤੀ ਹੈ। ਹੁਣ ਚੁੱਕ ਲਿਆਉਂਦੇ ਇੱਥੇ ਪੰਜਾਬ 'ਚ ਜਦੋਂ ਆ ਕੇ ਅਦਾਲਤ ਵਿੱਚ ਪੇਸ਼ ਹੋਣਾ, ਫਿਰ ਜੇਲ੍ਹ ਜਾਣਾ, ਉਦੋਂ ਪਤਾ ਲੱਗੂਗਾ ਅੱਗੋਂ ਕੀ ਹੁੰਦਾ। ਪਰ ਪਨੂ ਸਾਹਿਬ, ਤੁਹਾਨੂੰ ਲੱਗਦਾ ਕਿ ਵੀ ਜਿਹਦੇ ਪਹਿਲਾਂ ਹੀ ਜਦੋਂ ਬੰਦਾ ਪੁੱਠ ਸਿੱਧੇ ਬਿਆਨ ਦਿੰਦਾ ਸੀ ਉਦੋਂ ਦੀ ਤਾਂ ਕਦੀ ਕੋਈ ਕਾਰਵਾਈ ਹੋਈ ਨਹੀਂ, ਫਿਰ ਬੰਦੇ ਦਾ ਹੋਣੇ ਵਾਲੀ ਹੌਸਲਾ ਵੱਧ ਜਾਂਦਾ, ਇਹੋ ਹੀ ਕਾਰਨ ਹੋਇਆ? ਪਹਿਲੇ ਪੱਧਰ ਦੇ ਉੱਤੇ ਕਾਰਵਾਈ ਜੇ ਪੁਲਿਸ ਨੇ ਕੀਤੀ ਹੁੰਦੀ ਜੀ ਤੇ ਉਹ ਸ਼ਾਇਦ ਉੱਥੇ ਤੱਕ ਨਾ ਜਾਂਦਾ। ਪਰ ਪਿਛਲੇ ਸਮੇਂ ਦੇ ਵਿੱਚ ਅਸੀਂ ਵੇਖਿਆ ਸ਼ਿਵ ਸੈਨਾ ਲੀਡਰਾਂ ਦੇ ਇੱਦਾਂ ਦੀਆਂ ਹਰਕਤਾਂ ਕੀਤੀਆਂ ਨੇ। ਲੁਧਿਆਣੇ 'ਚ ਇੱਕ ਵਾਰੀ ਇੱਕ ਨੇ ਆਪਣੇ ਉੱਤੇ ਗੋਲੀਆਂ ਚਲਵਾਤੀਆਂ ਸੀ ਐਵੇਂ ਹੀ, ਤੇ ਬਾਅਦ 'ਚ ਪਤਾ ਲੱਗਾ ਕਿ ਉਹ ਸਿਕਿਉਰਿਟੀ ਲੈਣ ਵਾਸਤੇ ਚਲਾਈਆਂ ਸੀ ਜੀ। ਇੱਥੇ ਜਲੰਧਰ 'ਚ ਇੱਕ ਵਾਰੀ ਇੱਕ ਨੇ ਇਹ ਆਖਿਆ ਮੈਨੂੰ ਅੱਤਵਾਦੀਆਂ ਨੇ ਗੋਲੀ ਮਾਰਤੀ ਹੈ। ਫਿਰ ਪੜਤਾਲ ਹੋਣ ਲੱਗੀ ਤੇ ਪਤਾ ਲੱਗਾ ਉਹਦੀ ਲੱਤ 'ਚ ਗੋਲੀ ਵੱਜੀ ਸੀ, ਵਾਕਿਆ ਵੱਜੀ ਸੀ। ਪਰ ਫਸ ਕਿਹੜੀ ਗੱਲ ਤੋਂ ਗਿਆ ਕਿ ਮੇਰੀ ਪੈਂਟ ਨਾ ਖਰਾਬ ਹੋ ਜਾਏ, ਪੈਂਟ ਚੁੱਕ ਕੇ ਤੇ ਫਿਰ ਲੱਤ 'ਚ ਗੋਲੀ ਮਾਰੀ ਸੀ। ਹਾਂਜੀ ਹਾਂਜੀ, ਉਹ ਉਸ ਚੱਕਰ 'ਚੋਂ ਫਸ ਗਿਆ ਸੀ ਜੀ। ਇਹ ਸਾਰੇ ਪੁੱਠੇ ਕੰਮ ਕਰਨ ਵਾਲੇ ਬੰਦੇ ਨੇ। ਆ ਜਿਹੜੇ ਇੱਥੇ ਸ਼ੰਭੂ ਬੈਰੀਅਰ ਤੇ ਟਰੱਕਾਂ ਨੂੰ ਘੇਰ ਕਰਕੇ ਗਾਵਾਂ ਖੋਹਦੇ ਸੀ ਤੇ ਬੈਰੀਅਰ ਤੋਂ ਪਾਸੇ ਤੋਂ ਲਿਜਾ ਕੇ ਯੂਪੀ ਬਿਹਾਰ 'ਚ ਅਸਲੀ ਟਿਕਾਣਿਆਂ ਤੇ ਵੇਚਦੇ ਸੀ ਜੀ। ਔਰ ਟਰੱਕਾਂ ਵਾਲਿਆਂ ਨੂੰ ਕੁੱਟਦੇ ਸਨ। ਕੁੱਟਣ ਤੋਂ ਇਲਾਵਾ ਵੀ ਥਾਣੇ 'ਚ ਜਾ ਕੁਝ ਉਹਨਾਂ ਜੋ ਕੁਝ ਕਰਦੇ ਰਹੇ, ਉਹ ਸਾਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ। ਉਹ ਕੌਣ ਸਨ? ਇੱਦਾਂ ਦੇ ਬਹੁਤ ਸਨ। ਉਹ ਇਹ ਲੋਕ ਜਿਹੜੇ ਇਹੋ ਜਿਹਾ ਗੁੰਡਾ ਤੰਤਰ ਹੈ, ਜੇ ਪੁਲਿਸ ਵੇਲੇ ਸਿਰ ਕਾਰਵਾਈ ਕਰੇ ਤੇ ਇਹ ਇੰਨਾ ਨਹੀਂ ਵੱਧ ਸਕਦਾ। ਪੁਲਿਸ ਉਦੋਂ ਕੁਝ ਲਿਆਜੂ ਬਣ ਜਾਂਦੀ ਹੈ। ਕੁਝ ਲੋਕ ਇਹਦਾ ਬਚਾਅ ਕਰਨ ਵਾਲੇ ਵੀ ਹੁੰਦੇ, ਆਸੇ-ਪਾਸੇ ਤੋਂ ਮਦਦ ਕਰਨ ਵਾਲੇ ਵੀ। ਉਹ ਜਿਹੜੇ ਪਾਸੇ ਤੋਂ ਮਦਦ ਕਰਨ ਵਾਲੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ। ਨਹੀਂ ਤੇ ਇਹੋ ਜਿਹੀਆਂ ਜਿਹੜੀਆਂ ਗਲਤ ਹਰਕਤਾਂ ਨੇ ਉਹ ਅੱਜ ਇੱਕ ਨੇ ਕੀਤੀ, ਭਲਕੇ ਦੂਜੇ ਨੇ ਕੀਤੀ, ਪਰਸੋਂ ਕੋਈ ਤੀਜਾ ਹੋਰ ਉੱਠਦਾ। ਇਹਨਾਂ ਦਾ ਮੂੰਹ ਪਿਆ ਵਾ, ਇਹ ਰੋਕਣ ਵਾਸਤੇ ਕੋਈ ਨਾ ਕੋਈ ਕਾਨੂੰਨ ਸਖਤ ਹੋਣਾ ਚਾਹੀਦਾ। ਬਿਲਕੁਲ। ਪਰ ਸਭ ਇੱਕ ਜਿਹੜਾ ਉਹ 267 ਬੀੜਾਂ ਦਾ ਮਾਮਲਾ ਹੈ,
ਉਦੋਂ ਥੋੜ੍ਹਾ ਜਿਹਾ ਸਮਝਾਓ, ਕਿਉਂਕਿ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਵੀ ਐਸਜੀਪੀਸੀ ਨੇ ਹੁਣ ਜਥੇਦਾਰ ਸਾਹਿਬ ਨੂੰ ਕਿਹਾ ਜੀ ਕਿ ਤੁਸੀਂ ਹੁਣ ਜਾਂਚ ਕਰਵਾਓ। ਹੁਣ ਜਥੇਦਾਰ ਸਾਹਿਬ ਕੋਲੇ ਅਮਲਾ ਫੈਲਾ ਜ਼ਿਆਦਾ ਕਿ ਜਾਂ ਐਸਜੀਪੀਸੀ ਕੋਲੇ ਜ਼ਿਆਦਾ, ਤੇ ਜਾਂ ਜਥੇਦਾਰ ਸਾਹਿਬ ਕਿੱਦਾਂ ਕਰਾ ਲੈਣਗੇ? ਦੇਖੋ, ਇਸ ਮਾਮਲੇ 'ਚ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬਹੁਤ ਕਸੂਤਾ ਫਸਿਆ ਜੀ। ਗੁਰਦੁਆਰਾ ਰਾਮਸਰ ਸਾਹਿਬ ਪ੍ਰਿੰਟਿੰਗ ਦਾ ਸਾਰੇ ਕੁਛ ਦਾ ਇੰਚਾਰਜ ਜਿਹੜਾ ਸੀ ਉਹ ਰਿਟਾਇਰ ਹੋ ਗਿਆ ਜੀ। ਰਿਟਾਇਰ ਹੋਣ ਲੱਗਿਆ ਉਹਨੂੰ ਆਖਿਆ ਗਿਆ ਕਿ ਨਵੇਂ ਬੰਦੇ ਨੇ ਚਾਰਜ ਲੈਣ ਲੱਗਿਆ, ਆਖਿਆ 267 ਬੀੜਾਂ ਘੱਟ ਆ ਗੁਰੂ ਮਹਾਰਾਜ ਦੀਆਂ। ਗੁਰੂ ਮਹਾਰਾਜ ਦੇ ਨੇ ਸਰੂਪ ਜਿਹੜੇ ਘੱਟ ਆ 10 ਕਿੱਥੇ? ਉਹਨੇ ਆਖਿਆ ਵੀ ਤੁਹਾਨੂੰ ਵੀ ਪਤਾ, ਉਦੋਂ ਅੱਗ ਲੱਗੀ ਸੀ, ਕੁਝ ਅੱਗ ਨਾਲ ਸੜ ਗਿਆ, ਕੁਝ ਧੁਆਂਖੇ ਗਏ, ਕੁਝ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਈਪਾਂ ਨਾਲ ਪਾਣੀ ਸੁੱਟਿਆ, ਉਹਦੇ ਨਾਲ ਖਰਾਬ ਹੋ ਗਏ ਜੀ। ਬਾਅਦ 'ਚ ਇੱਥੋਂ 4 ਗੱਡੀਆਂ ਗਈਆਂ, ਉਹਨਾਂ 'ਤੇ ਲੱਦ ਕੇ ਲਿਜਾ ਕੇ ਗੋਂਦਵਾਲ ਸਾਹਿਬ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜੋ ਰਵਾਇਤ ਹੈ। ਤੇ ਮੈਂ ਹੁਣ ਕਿੱਥੋਂ ਕਰਦਾ? ਉਹਨੂੰ ਆਖਿਆ ਗਿਆ ਤੇਰੇ ਰਿਟਾਇਰਮੈਂਟ ਦੇ ਬੈਨੀਫਿਟ ਸਾਰੇ ਰੋਕ ਦੇਣੇ, ਜਾਂ ਤੂੰ 267 ਬੀੜਾਂ ਦੇ ਨੁਕਸਾਨ ਦੇ ਪੈਸੇ ਭਰ, ਉਹ ਤੋਂ ਪੈਸੇ ਜਮ੍ਹਾਂ ਕਰਵਾ ਲੈ। ਹੁਣ ਬਾਹਰ ਪਿੱਟੀ ਜਾਂਦਾ। ਉਹ ਕਹਿੰਦਾ ਜੀ ਇੰਨੀਆਂ ਬੀੜਾਂ ਉਦੋਂ ਸੜ ਗਈਆਂ, ਨੁਕਸਾਨੀਆਂ ਗਈਆਂ। ਗੋਂਦਵਾਲ ਸਾਹਿਬ ਜਾ ਕੇ ਉਹਨਾਂ ਸੰਸਕਾਰ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ, ਰਿਕਾਰਡ ਤੇ ਹੈ। ਤੁਸੀਂ ਇਹ ਦੱਸੋ ਕਿ ਐਡੀ ਵੱਡੀ ਘਟਨਾ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਰਿਪੋਰਟ ਪੁਲਿਸ ਕੋਲ ਦਰਜ ਕਰਾਈ? ਜੀ। ਸ਼੍ਰੋਮਣੀ ਕਮੇਟੀ ਦਾ ਉੱਥੇ ਚੀਫ ਸੈਕਟਰੀ ਵੇਖਣ ਵਾਸਤੇ ਆਇਆ ਸੀ, ਸੁਖਬੀਰ ਸਿੰਘ ਬਾਦਲ ਆਇਆ ਸੀ, ਹੋਰ ਵੱਡੇ ਲੋਕ ਆਏ ਸਨ। ਕਹਿੰਦਾ ਸੁਖਬੀਰ ਸਿੰਘ ਬਾਦਲ ਨੇ ਆ ਕੇ ਕਿਹਾ ਸੀ ਕਿ ਪਿਛਲੇ ਸਾਲ ਯਾਨੀ 2015 'ਚ ਜੋ ਕੁਝ ਬਰਗਾੜੀ 'ਚ ਹੋਇਆ ਸਾਡੀਆਂ ਜੜ੍ਹਾਂ 'ਤੇ ਉਹੀ ਬਹਿ ਗਿਆ, ਪਤਾ ਨਹੀਂ ਸਰਕਾਰ ਬਣਨੀ ਕਿ ਨਹੀਂ ਬਣਨੀ। ਤੇ ਤੁਸੀਂ ਆ ਹੁਣ ਸਰਕਾਰ ਬਣ 'ਚ 6 ਮਹੀਨੇ ਰਹਿ ਗਏ ਆ ਤੇ ਆ ਨਵਾਂ ਇੱਕ ਪੌੜਾ ਪਾਤਾ, ਇਹਨੂੰ ਹੁਣ ਠੱਪ ਦਿਓ। ਇਹ ਗੱਲ ਆਪਾਂ ਕਰਨੀ ਨਹੀਂ। ਆਹ ਗੱਲ ਜਿਹੜੀ ਉਹ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਗੱਲ ਠੱਪ ਦਿਓ, ਇਹ ਆਪਾਂ ਕਰਨੀ ਨਹੀਂ, ਇਹ ਬਹੁਤ ਵੱਡਾ ਮੁੱਦਾ। ਉਦੋਂ ਬਾਅਦ ਇਹਨਾਂ ਨੇ ਕੋਈ ਰਿਪੋਰਟ ਨਹੀਂ ਦਰਜ ਕੀਤੀ। ਹੁਣ ਸਵਾਲ ਇਹ ਆ ਕਿ ਕਿਸੇ ਥਾਂ ਦੇ ਉੱਤੇ ਕਿਸੇ ਗੁਰਦੁਆਰੇ ਦੇ ਵਿੱਚ ਸ਼ਾਰਟ ਸਰਕਟ ਹੋ ਕੇ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਸੜ ਜਾਵੇ, ਉੱਥੇ ਪਸ਼ਚਾਤਾਪ ਦੇ ਤੌਰ 'ਤੇ ਅਖੰਡ ਪਾਠ ਕਰਾਇਆ ਜਾਂਦਾ ਜੀ। ਇੱਥੇ 267 ਬੀੜਾਂ ਸੜ ਗਈਆਂ ਸਨ। ਸ਼੍ਰੋਮਣੀ ਕਮੇਟੀ ਦਾ ਚੀਫ ਸੈਕਟਰੀ ਉੱਥੇ ਵੇਖਣ ਗਿਆ, ਇਹ ਸਾਰੇ ਵੱਡੇ ਵੱਡੇ ਅਹੁਦੇਦਾਰ ਗਏ ਸਨ, ਚੱਕਰ ਮਾਰ ਕੇ ਮੁੜ ਆਏ। ਇਹਨਾਂ ਨੇ ਨਾ ਸੰਗਤਾਂ ਨੂੰ ਆਖਿਆ ਪਸ਼ਚਾਤਾਪ ਕਰੋ, ਨਾ ਇਹਨਾਂ ਨੇ ਆਪ ਕੀਤਾ। ਪਸ਼ਚਾਤਾਪ ਦਾ ਇੱਕ ਅਖੰਡ ਪਾਠ ਤੱਕ ਨਹੀਂ ਕਰਾਇਆ ਗਿਆ ਜੀ। ਫਿਰ ਇੱਥੇ ਰਿਕਾਰਡ ਨਹੀਂ ਰੱਖਿਆ। ਗੋਂਦਵਾਲ ਸਾਹਿਬ ਪਿੰਡਾਂ ਵਿੱਚੋਂ ਜਿਹੜੀਆਂ ਬੀੜਾਂ ਆਉਂਦੀਆਂ ਨੇ, ਪੁਰਾਣੀਆਂ ਬਿਰਧ ਬੀੜਾਂ ਕੁਛ ਕਹਿੰਦੇ ਨੇ, ਬਹੁਤ ਪੁਰਾਣੀਆਂ ਹੋ ਗਈਆਂ ਜੀ, ਕੁਛ ਇਸ ਤਰ੍ਹਾਂ ਕੋਈ ਨੁਕਸਾਨੀਆਂ ਜਾਣ, ਉਹਨਾਂ ਸਾਰੀਆਂ ਦਾ ਸੰਸਕਾਰ ਕਰਨ ਲੱਗਿਆ ਰਿਕਾਰਡ ਰੱਖਿਆ ਜਾਂਦਾ ਕਿ ਫਲਾਣੇ ਥਾਂ ਤੋਂ ਇੰਨੀਆਂ ਆਈਆਂ ਸਨ। ਤੇ ਇਹਨਾਂ ਬੀੜਾਂ ਦਾ 267 ਦਾ ਉੱਥੇ ਕੋਈ ਰਿਕਾਰਡ ਹੀ ਨਹੀਂ ਰੱਖਿਆ ਗਿਆ, ਨਾ ਪੁਲਿਸ ਕੋਲ, ਨਾ ਸ਼੍ਰੋਮਣੀ ਕਮੇਟੀ ਕੋਲ, ਨਾ ਗੋਂਦਵਾਲ ਸਾਹਿਬ। ਇਹ ਸਾਰਾ ਕਾਲਾ ਮਾਲਾ ਕੀ ਹੋਇਆ? ਇਹਦੇ ਬਾਰੇ ਹੁਣ ਮੁੱਦਾ ਬਣ ਗਿਆ ਬਹੁਤ ਵੱਡਾ, ਰੌਲਾ ਪਿਆ। ਫਿਰ ਅਕਾਲ ਤਖਤ ਦੇ ਜਥੇਦਾਰ ਨੇ ਹੁਕਮ ਕਰਤਾ ਸ਼੍ਰੋਮਣੀ ਕਮੇਟੀ ਇਹਦੀ ਪੜਤਾਲ ਕਰਾਵੇਗੀ ਜੀ। ਅਕਾਲ ਤਖਤ ਦਾ ਜਥੇਦਾਰ ਪੋਚੇ ਪਾਉਂਦਾ, ਬਚਾਉਣ ਦਾ ਯਤਨ ਕਰ ਰਿਹਾ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਫਟਾਫਟ ਕਮੇਟੀ ਬਣਾਤੀ, ਇੱਕ ਸਬ ਕਮੇਟੀ ਬਣਾਤੀ ਆ ਪੜਤਾਲ ਕਰੇਗੀ। ਅੱਜ ਤੱਕ ਤਾਂ ਸਬ ਕਮੇਟੀਆਂ ਦੀਆਂ ਪੜਤਾਲਾਂ 'ਚ ਲੱਭਾ ਕੱਖ ਨਹੀਂ। ਜਿਹੜੇ ਆਪਰੇਸ਼ਨ ਬਲੂ ਸਟਾਰ ਵੇਲੇ ਦੇ ਗ੍ਰੰਥ ਨੇ ਉੱਥੋਂ ਸ਼੍ਰੋਮਣੀ ਕਮੇਟੀ ਉੱਥੋਂ ਫੌਜ ਤੋਂ ਮਿਲ ਵੀ ਗਏ ਵਾਪਸ, ਝੂਠ ਬੋਲੀ ਜਾਂਦੇ ਅਜੇ ਮਿਲੇ ਨਹੀਂ। ਉਹ ਵੀ ਇੱਥੋਂ ਚੋਰੀ ਕਰ ਕਰਕੇ ਇੰਗਲੈਂਡ ਦੇ ਨਿਲਾਮ ਘਰਾਂ ਦੇ ਵਿੱਚ ਨਿਲਾਮੀ 'ਚ ਵਿਕ ਗਏ ਕਰੋੜਾਂ ਰੁਪਏ ਦੇ। ਤੇ ਕਰੋੜਾਂ ਜਿਹੜੇ ਆ ਛੋਟੇ ਮੋਟੇ ਬੰਦੇ ਆ, ਕੋਈ ਕਲਰਕਾਂ ਥੋੜ੍ਹਾ ਖਾ ਲਏ ਹੋਣਗੇ, ਕਰੋੜਾਂ ਤਾਂ ਕਿਸੇ ਵੱਡੇ ਘਰ ਤੱਕ ਗਏ ਹੋਣਗੇ। ਉਹਦੇ ਵਾਸਤੇ ਕਮੇਟੀ ਬਣੀ, ਉਹਨੇ ਅਜੇ ਕੱਖ ਨਹੀਂ ਕੀਤਾ। ਹੁਣ ਇੱਕ ਨਵੀਂ ਕਮੇਟੀ ਬਣਾਤੀ। ਜਦੋਂ ਇਹਦੇ ਉੱਤੇ ਰੌਲਾ ਪੈ ਗਿਆ ਕਿ ਘੱਟੇ ਕੋਡੀਆਂ ਰਲਾਉਣ ਵਾਸਤੇ ਕਮੇਟੀ ਬਣਾਈ ਹੈ, ਕੱਲ੍ਹ ਫਿਰ ਸ਼੍ਰੋਮਣੀ ਕਮੇਟੀ ਬੈਠੀ ਸੀ। ਇਹਨਾਂ ਦੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਅਸੀਂ ਕਰਾਵਾਂਗੇ ਤੇ ਹੋਰ ਬਦਨਾਮੀ ਹੋਊਗੀ, ਆਪਾਂ ਕਰਾਈਏ ਨਾ। ਇਹਨਾਂ ਨੇ ਫੈਸਲਾ ਇਹ ਕਰਤਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿੰਦੇ ਹਾਂ ਕਿ ਕੋਈ ਸਾਬਕਾ ਜੱਜ, ਸਿੱਖ ਜੱਜ ਜਿਹੜਾ ਰਿਟਾਇਰ ਹੋਇਆ ਹੋਵੇ, ਉਹਨੂੰ ਇਹਦੀ ਪੜਤਾਲ ਸੌਂਪ ਦਿਓ। ਜਿਹੜਾ ਤੁਹਾਨੂੰ ਠੀਕ ਲੱਗੇ ਉਹਨੂੰ ਪੜਤਾਲ ਸੌਂਪ ਕੇ ਤੇ ਉਹਨਾਂ ਤੋਂ ਤੁਸੀਂ ਪੜਤਾਲ ਕਰਾ ਲਓ, ਅਸੀਂ ਨਹੀਂ ਕਰਾਉਂਦੇ ਜੀ। ਇਹ ਆਪਣੇ ਆਪ ਦੇ ਵਿੱਚ ਹੀ ਗੁਨਾਹ ਦਾ ਇਕਬਾਲ ਹੈ ਕਿ ਅਸੀਂ ਇਹਨੇ ਜੋਗੇ ਨਹੀਂ, ਕਿਉਂਕਿ ਨਾ ਉਦੋਂ ਸੰਭਾਲ ਸਕੇ, ਨਾ ਜੋ ਹੋ ਸਕਿਆ ਉਹਦੇ ਉੱਤੇ ਰਸਮੀ ਕਾਰਵਾਈਆਂ ਕਰ ਸਕੇ, ਨਾ ਉਦੋਂ ਬਾਅਦ ਪੜਤਾਲ ਕਰਾ ਸਕੇ। ਇਹ ਗੋਬਿੰਦ ਸਿੰਘ ਲੌਂਗੋਵਾਲ ਤਾਂ ਵੈਸੇ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਘੱਟ ਆ ਜੀ। ਪਿੰਡਾਂ 'ਚ ਹਲ ਵਗਦੇ ਹੁੰਦੇ ਸੀ ਨਾ, ਇੱਕ ਅਗਲਾ ਹਾਲੀ ਤੇ ਰਾਲ ਬਲਦਾ ਹੁੰਦਾ ਸੀ, ਮਗਰਲਾ ਮਗਰ ਤੁਰਿਆ ਆਉਂਦਾ ਹੁੰਦਾ ਸੀ ਜੀ। ਇਹ ਤਾਂ ਵਿਚਾਰਾ ਮਗਰਲਾ ਹਾਲੀ ਹੈ, ਜਿਹਦੇ ਨੂੰ ਅਕਾਲੀ ਦਲ ਦਾ ਪ੍ਰਧਾਨ ਤੁਰ ਜਾਂਦਾ, ਇਹ ਉਹਦੇ ਮਗਰ ਤੁਰਨ ਵਾਲਾ। ਹੁਣ ਵੀ ਮੇਰਾ ਖਿਆਲ ਉੱਥੋਂ ਫੋਨ ਆ ਗਿਆ ਹੁਣ ਕਿ ਤੁਸੀਂ ਆਹ ਫੈਸਲਾ ਕਰ ਦਿਓ, ਤੇ ਇਹਨੇ ਫੈਸਲਾ ਕਰਤਾ। ਇਹ ਬਹੁਤ ਵੱਡਾ ਪਾਪ ਇਹਨਾਂ ਕੀਤਾ। ਔਰ ਜਿਹੜਾ ਬਰਗਾੜੀ ਦਾ ਕਾਂਡ ਆ ਉਹ ਅਜੇ ਤੱਕ ਅਕਾਲੀ ਦਲ ਦੇ ਗਲੋਂ ਨਹੀਂ ਲੱਥਾ। ਉਸ ਕਾਂਡ ਦੇ ਵਿੱਚ ਜਿੰਨਾ ਪਹਿਲਾਂ ਬੇਅਦਬੀ ਹੋਈ, ਫਿਰ ਲੋਕਾਂ ਦੇ ਉੱਤੇ ਗੋਲੀ ਚੱਲੀ, ਉਸ ਗੋਲੀ ਚੱਲਣ ਦੇ ਵਿੱਚ ਸਿੱਖ ਨੌਜਵਾਨ ਤੇ 2 ਮਰੇ, ਜ਼ਖਮੀ ਵੀ ਹੋਏ। ਅੱਗੋਂ ਜੋ ਕੁਛ ਇਹਨਾਂ ਨੇ ਕੀਤੀ ਸਾਰੀ ਕਾਰਵਾਈ, ਜਾਂ ਸੱਚੇ ਸੌਦੇ ਵਾਲੇ ਬਾਬੇ ਨੂੰ ਜਿਹੜੀ ਅਣਮੰਗੀ ਮਾਫੀ ਦਿੱਤੀ ਗਈ, ਉਹਦੀ ਜਿਹੜੀ ਚਿੱਠੀ ਸੀ ਉਹ 'ਚ ਅਕਾਲ ਤਖਤ ਦੇ ਕੰਪਿਊਟਰ 'ਤੇ ਮਾਫੀ ਦਾ ਲਫ਼ਜ਼ ਪਾਇਆ ਗਿਆ। ਉਹ ਸਾਰੀਆਂ ਗੱਲਾਂ ਅਜੇ ਤੇ ਉਹ ਨਹੀਂ ਗਲੋਂ ਲੱਥੀਆਂ ਕਿ ਐਡੇ ਐਡੇ ਪਾਪ ਤੁਸੀਂ ਕੀਤੇ ਹੋਏ ਆ। ਆਹ ਹੁਣ ਇੱਕ ਨਵਾਂ ਮੁੱਦਾ, ਇਹ ਮੁੱਦਾ 2022 ਦੀਆਂ ਚੋਣਾਂ ਤੱਕ ਚੱਲੇਗਾ
ਅਕਾਲੀ ਦਲ ਲਈ ਇਹਦਾ ਜਵਾਬ ਦੇਣਾ ਔਖਾ ਹੋ ਜਾਣਾ। ਇਸ ਕਰਕੇ ਕੋਈ ਇਹੋ ਜਿਹਾ ਜੱਜ ਲੱਭਦੇ ਆ ਜਿਹੜਾ ਥੋੜ੍ਹਾ ਜਿਹਾ ਅਕਾਲੀ ਦਲ ਦੇ ਨੇੜੇ ਹੋਵੇ ਤੇ ਉਹਨੂੰ ਲੱਭ ਕੇ ਇਹਦੀ ਜਾਂਚ ਸੌਂਪ ਦਿੱਤੀ ਜਾਵੇ। ਤੁਸੀਂ ਵੇਖ ਲਓ, ਜਦੋਂ ਕਿਸੇ ਜੱਜ ਦਾ ਨਾਂ ਆਇਆ ਨਾਲ ਹੀ ਪਤਾ ਲੱਗ ਜਾਣਾ ਕਿ ਪੁਰਾਣੀਆਂ ਸਾਂਝਾਂ ਕਿੱਦਾਂ ਦੀਆਂ। ਤੁਹਾਨੂੰ ਕੋਟਕਪੂਰੇ ਦਾ ਪਤਾ ਲੱਗ ਹੀ ਗਿਆ ਫਰੀਦਕੋਟ ਵਾਲੇ ਮਾਮਲੇ 'ਚ ਕਿ ਜਿਹੜੇ ਜੱਜ ਦੇ ਕੋਲ ਪੜਤਾਲ ਹੈ, ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੈਸ਼ਨ ਜੱਜ ਨੂੰ ਚਿੱਠੀ ਲਿਖੀ ਹੈ ਕਿ ਇਸ ਜੱਜ ਨੂੰ ਇਸ ਕੇਸ ਤੋਂ ਹਟਾ ਦਿਓ ਜੀ, ਇਹਦੀ ਬਾਦਲ ਪਰਿਵਾਰ ਨਾਲ ਰਿਸ਼ਤੇਦਾਰੀ ਹੈ ਤੇ ਬਾਦਲ ਪਿਓ ਪੁੱਤ ਦੇ ਨਾਂ ਕੇਸ 'ਚ ਦੋਸ਼ੀਆਂ ਦੇ ਤੌਰ ਤੇ ਆਉਂਦੇ ਆ। ਜੇ ਉਹ ਆ ਹੁਣ ਜਿੱਥੇ ਇਹਨਾਂ ਨੇ ਪੜਤਾਲ ਕਰਾਉਣੀ ਹੈ, ਜਿਹੋ ਜਿਹਾ ਜੱਜ ਲੱਭਦੇ ਪਏ, ਜਿੱਦਣ ਆਇਆ ਨਾਲ ਹੀ ਪਤਾ ਲੱਗ ਜਾਣਾ ਵੀ ਕੋਈ ਸਾਂਝਾਂ ਨੇ, ਤਾਂ ਲਾਇਆ ਗਿਆ। ਜਾਂਚ ਕਰਾਉਣ ਲਈ ਨਹੀਂ ਲਾਇਆ, ਜਾਂਚ ਦਾ ਭੱਠਾ ਬਿਠਾਉਣ ਨਹੀਂ ਲਾਇਆ ਜਾ ਰਿਹਾ। ਚਲੋ ਇਹ ਤਾਂ ਹੁਣ ਇਹ ਸਮਾਂ ਦੱਸੂਗਾ ਜੀ ਵੀ ਇਹ ਕਹਾਣੀ ਕਿੱਧਰ ਨੂੰ ਜਾਂਦੀ ਹੈ। ਮਨ ਸਾਹਿਬ, ਜਾਂਦੇ ਜਾਂਦੇ 30 ਕੁ ਸਕਿੰਟਾਂ 'ਚ ਦੱਸ ਦਿਓ ਕਿ ਵੀ ਜਿਹੜਾ ਕੈਪਟਨ ਸਾਹਿਬ ਆਂਦੇ ਸਖਤੀ ਕਰਨੀ ਪੈਣੀ, ਕਰੋਨਾ ਵੱਧਦਾ ਜਾਂਦਾ, ਇਹਦਾ ਮਤਲਬ ਦੁਬਾਰਾ ਲਾਕਡਾਊਨ ਲੱਗੂਗਾ ਪੰਜਾਬ 'ਚ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਰਾਤੀ ਫੇਸਬੁੱਕ ਤੇ ਲਾਈਵ ਹੋ ਕੇ ਆਖਿਆ ਕਿ ਮੈਂ ਪੰਜਾਬ ਨੂੰ ਨਾ ਦਿੱਲੀ ਬਣ ਦੇਣਾ ਨਾ ਮਹਾਰਾਸ਼ਟਰ ਬਣ ਦੇਣਾ ਜੀ। ਦਿੱਲੀ ਦੇ ਵਿੱਚ ਮੌਤਾਂ ਦੀ ਗਿਣਤੀ ਇਸ ਵੇਲੇ ਪੌਣੇ 3400 ਹੋ ਗਈ ਜੀ। ਮਹਾਰਾਸ਼ਟਰ 'ਚ ਕੱਲ੍ਹ ਦੀ ਮੌਤਾਂ ਦੀ ਗਿਣਤੀ 10,000 ਨੂੰ ਟੱਪ ਚੁੱਕੀ ਹੈ, 10,200 ਸਮਥਿੰਗ ਨੇ ਜੀ। ਉਹਨਾਂ ਦੋ ਰਾਜਾਂ 'ਚ ਜੋ ਹਾਲਤ ਬਣੀ ਹੈ, ਗੁਜਰਾਤ ਵਿੱਚ ਵੀ 2,000 ਤੋਂ ਟੱਪ ਗਏ ਨੇ, ਤਾਮਿਲਨਾਡੂ ਦੇ ਵਿੱਚ ਵੀ ਇਸ ਵੇਲੇ ਸਿਰਫ 30 ਕੁ ਘੱਟ ਹੈ, 2,000 ਨੂੰ ਉਹ ਟੱਚ ਕਰ ਗਏ ਨੇ ਜੀ। ਕੈਪਟਨ ਅਮਰਿੰਦਰ ਸਿੰਘ ਠੀਕ ਆਖਿਆ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਪੰਜਾਬੀਆਂ ਦੀ ਜਾਨ ਬਚਾਵਾਂ, ਮੈਂ ਪੰਜਾਬ ਨੂੰ ਦਿੱਲੀ ਤੇ ਮਹਾਰਾਸ਼ਟਰ ਨਹੀਂ ਬਣ ਦੇਣਾ। ਇਹਦੇ ਵਾਸਤੇ ਜੇ ਮੈਨੂੰ ਸਖਤੀ ਕਰਨੀ ਪਈ, ਲਾਕਡਾਊਨ ਹੋਵੇ ਕੁਛ ਹੋਵੇ, ਕਹਿੰਦਾ ਮੈਨੂੰ ਜੋ ਕਰਨੇ ਪਏ ਮੈਂ ਕਰੂੰਗਾ ਜੀ। ਜੇ ਇਸ ਤਰ੍ਹਾਂ ਪਿਛਲੇ ਸਮੇਂ 'ਚ ਉਹਨੇ ਬਚਾ ਕੇ ਰੱਖਿਆ, ਅਜੇ ਤੱਕ ਸਾਡੇ ਕੋਲ 200 ਮੌਤਾਂ ਨਹੀਂ ਤੇ ਪੰਜਾਬ ਨਾਲੋਂ ਅੱਧੀ ਆਬਾਦੀ ਹੈ ਦਿੱਲੀ 'ਚ, ਤੇ ਉੱਥੇ 3400 ਹੋ ਗਈਆਂ ਹੋਣ ਤੇ ਸਾਡੇ ਕੋਲ 200 ਨਾ ਹੋਈਆਂ ਹੋਣ, ਆਖਿਰਕਾਰ ਪੰਜਾਬ ਦੀ ਸਰਕਾਰ ਨੂੰ ਕੁਝ ਤਾਂ ਕ੍ਰੈਡਿਟ ਤਾਂ ਜਾਂਦਾ, ਪੰਜਾਬ ਦੇ ਲੋਕਾਂ ਨੂੰ ਵੀ ਜਾਂਦਾ ਜਿਨ੍ਹਾਂ ਸਹਿਯੋਗ ਕੀਤਾ। ਤੇ ਜੇ ਹੁਣ ਤੱਕ ਕੀਤਾ ਤੇ ਜੋ ਪੰਜਾਬ ਸਰਕਾਰ ਹੁਣ ਕਰੇਗੀ, ਪੰਜਾਬ ਦੇ ਲੋਕ ਉਹਦੇ 'ਚ ਵੀ ਕੋਆਪਰੇਟ ਕਰਨਗੇ। ਜੀ। ਮਨ ਸਾਹਿਬ, ਤੁਸੀਂ ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।